ਹੋਪ ਗਲੋਬਲ ਟੀਵੀ ਦੇਖ ਰਹੇ ਸਾਰੇ ਹੀ ਦੇਸ਼ ਅਤੇ ਵਿਦੇਸ਼ਾਂ ਦੇ ਦਰਸ਼ਕਾਂ ਦਾ ਗੁਰਵੇਲ ਸਿੰਘ ਵੱਲੋਂ ਪ੍ਰੋਗਰਾਮ ਗੁਰਮਤਿ ਵਿਚਾਰ ਵਿੱਚ ਸਵਾਗਤ। ਸਾਧ ਸੰਗਤ ਜੀ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਤਿਗੁਰੂ ਸਾਹਿਬਾਨਾਂ ਦੇ ਜੀਵਨ ਅਤੇ ਸਤਿਗੁਰਾਂ ਦੇ ਜੀਵਨ ਤੋਂ ਮਿਲਦੀਆਂ ਪ੍ਰੇਰਨਾਵਾਂ ਤੇ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ ਔਰ ਵੱਖ-ਵੱਖ ਵਿਦਵਾਨਾਂ ਨੂੰ ਆਪ ਜੀ ਦੇ ਰੂਬਰੂ ਕਰਦੇ ਰਹਿੰਦੇ ਹਾਂ। ਅੱਜ ਮੈਨੂੰ ਖੁਸ਼ੀ ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਜਿੱਥੇ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਸਤਿਗੁਰਾਂ ਦੇ ਜੀਵਨ ਤੇ ਵਿਚਾਰਾਂ ਦੀ ਸਾਂਝ ਪਾਉਣੀ ਹੈ ਅਤੇ ਸਤਿਗੁਰਾਂ ਦੇ ਜੀਵਨ ਤੇ ਵਿਚਾਰਾਂ ਦੀ ਸਾਂਝ ਪਾਉਣ ਦੇ ਨਾਲ ਸਾਡੇ ਕੋਲ ਇਸ ਵੇਲੇ ਸਟੂਡੀਓ ਵਿੱਚ ਪਹੁੰਚੇ ਹੋਏ ਨੇ ਸਰਦਾਰ ਹਰਪ੍ਰੀਤ ਸਿੰਘ ਜੀ। ਸਰਦਾਰ ਹਰਪ੍ਰੀਤ ਸਿੰਘ ਜੀ ਗੁਰੂ ਨਾਨਕ 5th ਸੈਂਟਨਰੀ ਸਕੂਲ ਮਸੂਰੀ ਦੇ ਵਿੱਚ ਐਜ਼ ਏ ਅਧਿਆਪਕ ਸੇਵਾ ਕਰਦੇ ਨੇ। ਸਿੱਖ ਇਤਿਹਾਸ 'ਤੇ ਇਹਨਾਂ ਦੀ ਬਹੁਤ ਹੀ ਵਧੀਆ ਜਿਹੜੀ ਹੈ ਉਹ ਪਕੜ ਹੈ ਔਰ ਇਹਨਾਂ ਦੇ ਜੋ ਰੇਡੀਓ ਖੁਸ਼ੀ 90.4 FM 'ਤੇ ਵੀ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਕਾਫੀ ਪ੍ਰੋਗਰਾਮ ਚੱਲਦੇ ਨੇ। ਅਤੇ ਆਓ ਅਸੀਂ ਵੀਰ ਹਰਪ੍ਰੀਤ ਸਿੰਘ ਜੀ ਦੇ ਨਾਲ ਪਾਉਂਦੇ ਹਾਂ ਸਾਂਝ ਗੁਰਮਤਿ ਵਿਚਾਰਾਂ ਦੀ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਪ ਗਲੋਬਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਮੈਂ ਆਪਣੇ ਆਪ 'ਚ ਬੜਾ ਮਾਣ ਮਹਿਸੂਸ ਕਰ ਰਿਹਾ ਕਿ ਵੀਰ ਗੁਰਵੇਲ ਸਿੰਘ ਜੀ ਨੇ ਮੈਨੂੰ ਦੂਜੀ ਤੀਜੀ ਵਾਰ ਆਪਣੇ ਸਟੂਡੀਓ ਵਿੱਚ ਬੁਲਾ ਕੇ ਗੁਰੂਆਂ ਦੇ ਜੀਵਨ ਦੇ ਉੱਤੇ ਆਪਣੇ ਵਿਚਾਰ ਪੇਸ਼ ਕਰਨ ਲਈ ਬੁਲਾਇਆ ਹੈ, ਨਿਮੰਤਰਣ ਕੀਤਾ ਹੈ ਅਤੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ। ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਅੱਜ ਵੀਰ ਹਰਪ੍ਰੀਤ ਸਿੰਘ ਜੀ ਦੇ ਨਾਲ ਸਾਡੀ ਜੋ ਵਿਚਾਰਾਂ ਦੀ ਸਾਂਝ ਰਹਿਣੀ ਹੈ ਉਹ ਹੈ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਜੀਵਨ 'ਤੇ, ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਭੱਟ ਸਾਹਿਬਾਨ ਆਪਣੀ ਬਾਣੀ ਵਿੱਚ ਬੜਾ ਮਹਾਨ ਦਰਜਾ ਦਿੰਦੇ ਹੈ। ਇੱਥੋਂ ਤੱਕ ਕਿ ਕਈ ਜਗ੍ਹਾ 'ਤੇ ਭੱਟ ਸਾਹਿਬਾਨ ਕਹਿੰਦੇ ਹੈ ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉੱਤਰ ਆਇਓ, ਔਰ ਕਿਸੇ ਜਗ੍ਹਾ 'ਤੇ ਭੱਟ ਸਾਹਿਬਾਨ ਇਹ ਕਹਿੰਦੇ ਨੇ ਗੁਰ ਅਰਜਨ ਤੈਂ ਜਨਮਤ ਬ੍ਰਹਮ ਪਛਾਣਿਓ, ਔਰ ਕਿਸੇ ਜਗ੍ਹਾ ਕਹਿੰਦੇ ਆ ਗੁਰੂ ਅਰਜਨ ਪ੍ਰਤੱਖ ਹਰ। ਇਹ ਮਹਾਨ ਉਪਮਾ, ਇਹ ਵਡਿਆਈ ਹੈ ਗੁਰੂ ਅਰਜਨ ਸਾਹਿਬ ਜੀ ਦੀ, ਸਤਿਗੁਰਾਂ ਦੀ ਵਡਿਆਈ, ਉਹਨਾਂ ਦਾ ਜੀਵਨ, ਉਸ ਦੇ ਨਾਲ ਸੰਬੰਧਿਤ ਵਿਚਾਰਾਂ ਦੀ ਸਾਂਝ ਹੈ। ਅਤੇ ਉਹਦੇ ਵਿੱਚ ਵੀਰ ਹਰਪ੍ਰੀਤ ਸਿੰਘ ਜੀ ਪਹਿਲੇ ਤਾਂ ਆਪਾਂ ਗੱਲ ਕਰਦੇ ਹਾਂ ਸਤਿਗੁਰਾਂ ਦੇ ਪ੍ਰਕਾਸ਼ ਤੋਂ ਕਿ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਿੱਥੇ ਹੋਇਆ ਔਰ ਉਹਨਾਂ ਦਾ ਬਚਪਨ ਕਿਸ ਤਰ੍ਹਾਂ ਦਾ ਬਤੀਤ ਹੋਇਆ ਜੀ। ਵੀਰ ਗੁਰਵੇਲ ਸਿੰਘ ਜੀ ਅਤੇ ਮੇਰੇ ਪਿਆਰੇ ਦਰਸ਼ਕਾਂ ਨੂੰ ਮੈਂ ਇਹ ਜਾਣਕਾਰੀ ਜ਼ਰੂਰ ਦੇਣਾ ਚਾਹਾਂਗਾ ਕਿ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਨੂੰ ਪੰਚਮ ਪਿਤਾ, ਸ਼ਾਂਤੀ ਦੇ ਪੁੰਜ ਅਤੇ ਸ਼ਹੀਦਾਂ ਦੇ ਸਰਤਾਜ ਵੀ ਕਿਹਾ ਜਾਂਦਾ ਹੈ, ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 2 ਮਈ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਵਿਖੇ ਪੰਜਾਬ ਵਿੱਚ ਹੋਇਆ। ਗੋਇੰਦਵਾਲ ਸਾਹਿਬ ਜਿਹੜਾ ਕਿ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਕੁਛ ਹੀ ਮੀਲਾਂ ਦੀ ਵਿੱਥ 'ਤੇ ਹੈ। ਅਤੇ ਇਹਨਾਂ ਦੇ ਪਿਤਾ ਜੀ ਜਿਹੜੇ ਸਨ ਉਹ ਸਨ ਚੌਥੇ ਗੁਰੂ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ, ਅਤੇ ਗੁਰੂ ਰਾਮਦਾਸ ਜੀ ਦੀ ਸੁਪਤਨੀ ਜਿਨ੍ਹਾਂ ਦਾ ਨਾਮ ਬੀਬੀ ਭਾਨੀ ਸੀ। ਇਹ ਬੀਬੀ ਭਾਨੀ ਜੀ ਜੋ ਸਨ ਇਹ ਗੁਰੂ ਅਮਰਦਾਸ ਜੀ, ਤੀਸਰੇ ਗੁਰੂ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦੀ ਸੁਪੁੱਤਰੀ ਸਨ, ਜਿਨ੍ਹਾਂ ਨੂੰ ਗੁਰੂ ਸੁਪੁੱਤਰੀ, ਗੁਰੂ ਦੀ ਪਤਨੀ ਅਤੇ ਗੁਰੂ ਦੀ ਮਾਤਾ ਦਾ ਮਾਣ ਪ੍ਰਾਪਤ ਸੀ। ਕਿਉਂਕਿ ਗੁਰੂ ਅਮਰਦਾਸ ਜੀ ਦੀ ਜੋ ਪੁੱਤਰੀ ਸੀ ਉਹ ਗੁਰੂ ਰਾਮਦਾਸ ਜੀ ਦੇ ਘਰ ਵਿਆਹੇ ਹੋਏ ਸਨ ਅਤੇ ਗੁਰੂ ਰਾਮਦਾਸ ਔਰ ਬੀਬੀ ਭਾਨੀ ਜੀ ਦੇ ਪੁੱਤਰ ਦਾ ਨਾਮ ਅਰਜਨ ਦੇਵ ਸੀ। ਵੈਸੇ ਗੁਰੂ ਅਰਜਨ ਦੇਵ ਜੀ 3 ਭਰਾ ਸਨ, ਵੱਡੇ ਪ੍ਰਿਥੀ ਚੰਦ, ਛੋਟੇ ਵਿਚਕਾਰ ਵਾਲੇ ਮਹਾਦੇਵ ਔਰ ਸਭ ਤੋਂ ਛੋਟੇ ਗੁਰੂ ਅਰਜਨ ਦੇਵ ਜੀ। ਪਰ ਇਹਨਾਂ ਸਾਰਿਆਂ ਦਾ ਸੁਭਾਅ ਜੋ ਸੀ ਬਹੁਤ ਵੱਖਰਾ ਵੱਖਰਾ ਅਤੇ ਇੱਕ ਦੂਸਰੇ ਤੋਂ ਅਲੱਗ-ਅਲੱਗ ਸਨ। ਬੀਬੀ ਭਾਨੀ ਜੀ ਨੇ ਔਰ ਗੁਰੂ ਰਾਮਦਾਸ ਜੀ ਨੇ ਬੜੇ ਪ੍ਰੇਮ ਅਤੇ ਬੜੇ ਸਤਿਕਾਰ ਨਾਲ, ਬੜੀ ਸ਼ਰਧਾ ਨਾਲ ਇਹਨਾਂ 3 ਪੁੱਤਰਾਂ ਦੀ ਜੋ ਸੀ ਪਰਵਰਿਸ਼ ਕੀਤੀ। ਪਰ ਪਰਵਰਿਸ਼ ਤਾਂ ਕੀਤੀ, ਪਰ ਜੋ ਫਾਇਦਾ ਪਹੁੰਚਿਆ ਉਹ ਪਹੁੰਚਿਆ ਗੁਰੂ ਅਰਜਨ ਦੇਵ ਜੀ ਨੂੰ, ਕਿਉਂਕਿ ਗੁਰੂ ਅਰਜਨ ਦੇਵ ਜੀ ਬਚਪਨ 'ਚੋਂ ਹੀ ਬੜੇ ਤੀਖਣ ਬੁੱਧੀ ਦੇ ਮਾਲਕ ਸਨ ਅਤੇ ਗੋਇੰਦਵਾਲ ਸਾਹਿਬ ਵਿੱਚ ਜਨਮ ਹੋਣ ਕਾਰਨ ਇਹ ਜ਼ਿਆਦਾਤਰ ਆਪਣੀ ਮਾਤਾ ਜੀ ਦੇ ਨਾਲ ਹੀ ਰਹੇ ਔਰ ਮਾਤਾ ਜੀ ਜੋ ਸਨ ਉਹ ਗੋਇੰਦਵਾਲ ਸਨ ਅਤੇ ਗੋਇੰਦਵਾਲ ਆਪਣੇ ਪਿਤਾ ਜੀ ਦੇ ਘਰ ਰਹਿੰਦੇ ਰਹਿੰਦੇ ਉਹ ਉੱਥੇ ਸਾਰਾ ਮਾਹੌਲ ਜਿਹੜਾ ਸੀ, ਸਾਰਾ ਵਾਤਾਵਰਨ ਜਿਹੜਾ ਸੀ ਉਹ ਬੜਾ ਹੀ ਭਗਤੀ ਭਾਵ ਵਾਲਾ, ਬੜਾ ਹੀ ਧਾਰਮਿਕ ਵਾਤਾਵਰਨ ਵਾਲਾ ਸੀ, ਜਿਸ ਕਾਰਨ ਗੁਰੂ ਅਰਜਨ ਦੇਵ ਜੀ ਦੀ ਪਰਵਰਿਸ਼ ਦੇ ਵਿੱਚ ਭਗਤੀ ਭਾਵ
ਬਚਪਨ ਤੋਂ ਹੀ ਭਰਿਆ ਗਿਆ ਸੀ। ਵੀਰ ਇਹਦੇ ਨਾਲ ਹੀ ਅਸੀਂ ਜਦੋਂ ਗੱਲ ਕਰਦੇ ਹਾਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ, ਤੇ ਇੱਕ ਹੋਰ ਵੀ ਚੀਜ਼ ਆਉਂਦੀ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਹੁਕਮ ਦੀ ਬੜੀ ਵੱਡੀ ਮਹਾਨਤਾ ਹੈ। ਗੁਰਬਾਣੀ 'ਚ ਗੁਰੂ ਨਾਨਕ ਦੇਵ ਜੀ ਸ਼ੁਰੂਆਤ ਹੀ ਇਹਨਾਂ ਸਤਰਾਂ ਤੋਂ ਕਰਦੇ ਆ ਕਿ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕਹੈ, ਔਰ ਇਸ ਤੋਂ ਅੱਗੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਇਸੀ, ਕਿਉਂਕਿ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਮੰਨਿਆ, ਆਗਿਆਕਾਰੀ ਰਹੇ ਤੇ ਗੁਰਗੱਦੀ ਨੂੰ ਪ੍ਰਾਪਤ ਹੋਏ। ਪਰ ਉਹਨਾਂ ਦੇ ਸਤਿਗੁਰਾਂ ਦੇ ਪੁੱਤਰ ਇਸੇ ਕਰਕੇ ਗੁਰਗੱਦੀ ਤੋਂ ਵਾਂਝੇ ਰਹਿ ਗਏ, ਕਿਉਂਕਿ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਨਾ ਮੰਨਿਆ, ਜਿਸ ਦਾ ਜ਼ਿਕਰ ਗੁਰਬਾਣੀ 'ਚ ਆਉਂਦਾ, ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋਂ ਕੰਨ ਮਰਹਟੀਏ। ਤੇ ਗੁਰੂ ਅਰਜਨ ਸਾਹਿਬ ਜੀ ਨੇ ਵੀ ਆਪਣੇ ਪਿਤਾ ਦਾ ਹੁਕਮ ਬਹੁਤ ਮੰਨਿਆ ਹੈ, ਔਰ ਕਿਸ ਤਰ੍ਹਾਂ ਉਹਨਾਂ ਨੇ ਹੁਕਮ ਮੰਨਿਆ ਕਿ ਉਹ ਸਾਰੀਆਂ ਚੀਜ਼ਾਂ ਦਰਸ਼ਕਾਂ ਨਾਲ ਸਾਂਝੀਆਂ ਕਰੋ। ਮੈਂ ਆਪ ਜੀ ਨੂੰ ਹੁਣੇ ਜੋ ਦੱਸਿਆ ਹੈ ਕਿ ਗੁਰੂ ਅਮਰਦਾਸ ਜੀ ਦੀ ਪੁੱਤਰੀ ਬੀਬੀ ਭਾਨੀ ਜੀ ਤੇ ਗੁਰੂ ਰਾਮਦਾਸ ਜੀ ਦੇ 3 ਪੁੱਤਰ ਸਨ। ਪਹਿਲੇ ਪ੍ਰਿਥੀ ਚੰਦ, ਦੂਜੇ ਮਹਾਦੇਵ ਜੀ ਔਰ ਤੀਜੇ ਸਨ ਗੁਰੂ ਅਰਜਨ ਦੇਵ ਜੀ, ਜੋ ਸਭ ਤੋਂ ਜ਼ਿਆਦਾ ਨਿਮਰਤਾ, ਸਬਰ, ਸੰਤੋਖ ਤੇ ਆਗਿਆਕਾਰੀ ਸਨ। ਇਸ ਦੀ ਇੱਕ ਮਿਸਾਲ ਸਾਨੂੰ ਇਤਿਹਾਸ 'ਚੋਂ ਪੜ੍ਹਨ ਤੋਂ ਮਿਲਦੀ ਹੈ ਕਿ ਗੁਰੂ ਰਾਮਦਾਸ ਜੀ ਦੇ ਚਚੇਰੇ ਭਰਾਵਾਂ ਦਾ ਰਿਸ਼ਤੇਦਾਰੀ ਵਿੱਚ ਵਿਆਹ ਸੀ ਲਾਹੌਰ ਦੇ ਵਿੱਚ, ਤੇ ਲਾਹੌਰ ਤੋਂ ਇੱਕ ਸੁਨੇਹਾ ਆਇਆ ਕਿ ਗੁਰੂ ਰਾਮਦਾਸ ਜੀ ਤੇ ਸਾਰੀ ਸੰਗਤ ਸਾਡੇ ਵਿਆਹ ਦੇ ਵਿੱਚ ਲਾਹੌਰ ਪਹੁੰਚੇ। ਪਰ ਗੁਰੂ ਰਾਮਦਾਸ ਜੀ ਕੁਝ ਕਾਰਨਾਂ ਕਰਕੇ ਜਿਹੜੇ ਹੋਰ ਕੰਮਾਂ 'ਚ ਬਿਜ਼ੀ ਸਨ, ਤੇ ਉਹਨਾਂ ਨੇ ਇਹ ਕਿਹਾ, ਸੋਚਿਆ ਕਿਉਂ ਨਾ ਆਪਣੇ ਪੁੱਤਰਾਂ ਨੂੰ ਭੇਜਿਆ ਜਾਵੇ। ਤੇ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਪੁੱਤਰ ਪ੍ਰਿਥੀ ਚੰਦ ਨੂੰ ਬੁਲਾਇਆ। ਪ੍ਰਿਥੀ ਚੰਦ ਬਹੁਤ ਚਲਾਕ ਤੇ ਚਤੁਰ ਸੁਭਾਅ ਦਾ ਸੀ। ਉਸਨੇ ਬਹਾਨਾ ਮਾਰ ਦਿੱਤਾ ਕਿ ਪਿਤਾ ਜੀ, ਮੈਂ ਲਾਹੌਰ ਨਹੀਂ ਜਾ ਸਕਦਾ ਕਿਉਂਕਿ ਸਾਰਾ ਕਾਰੋਬਾਰ ਮੈਂ ਸੰਭਾਲ ਰਿਹਾ। ਦੂਜੇ ਮਹਾਦੇਵ ਜੀ, ਜਦੋਂ ਉਹਨਾਂ ਨੂੰ ਬੁਲਾਇਆ ਗੁਰੂ ਰਾਮਦਾਸ ਜੀ ਨੇ, ਤੇ ਗੁਰੂ ਰਾਮਦਾਸ ਜੀ ਨੇ ਕਿਹਾ ਕਿ ਆਪ ਜੀ ਨੂੰ ਲਾਹੌਰ ਜਾਣਾ ਹੈ ਸ਼ਾਦੀ ਵਿੱਚ, ਤੇ ਮਹਾਦੇਵ ਜੀ ਨੇ ਉਸੇ ਵੇਲੇ ਹੀ ਮਨਾ ਕਰ ਦਿੱਤਾ, ਕਹਿੰਦੇ ਸੰਸਾਰਕ ਕੰਮਾਂ ਵਿੱਚ ਮੇਰਾ ਮਨ ਨਹੀਂ ਤੇ ਮੈਂ ਨਹੀਂ ਜਾਣਾ ਚਾਹੁੰਦਾ। ਤੀਸਰੇ ਤੇ ਸਭ ਤੋਂ ਛੋਟੇ ਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਜਦੋਂ ਵਾਰੀ ਆਈ, ਉਹਨਾਂ ਨੂੰ ਪੁੱਛਿਆ ਨਹੀਂ ਗਿਆ, ਉਹਨਾਂ ਨੂੰ ਹੁਕਮ ਸੁਣਾਇਆ ਗਿਆ ਕਿ ਆਪ ਜੀ ਨੇ ਲਾਹੌਰ ਜਾਣਾ ਹੈ ਵਿਆਹ ਵਿੱਚ, ਸ਼ਾਦੀ ਦੇ ਵਿੱਚ, ਤੇ ਓਨੀ ਦੇਰ ਤੱਕ ਨਹੀਂ ਆਉਣਾ ਜਿੰਨੀ ਦੇਰ ਤੱਕ ਅਸੀਂ ਬੁਲਾਈਏ ਨਾ। ਉਸੇ ਵੇਲੇ ਹੀ ਆਪਣੇ ਪਿਤਾ ਜੀ ਦੇ ਅੱਗੇ ਉਹਨਾਂ ਨੇ, ਜਿਨ੍ਹਾਂ ਨੂੰ ਉਹ ਪਿਤਾ ਗੁਰੂ ਮੰਨਦੇ ਸਨ, ਮੱਥਾ ਟੇਕਿਆ। ਮੱਥਾ ਟੇਕ ਕੇ ਗੁਰੂ ਜੀ ਦਾ ਹੁਕਮ ਮੰਨਦਿਆਂ ਹੋਇਆ ਕਿਹਾ, ਸਤ ਬਚਨ ਅਸੀਂ ਜ਼ਰੂਰ ਜਾਵਾਂਗੇ, ਔਰ ਜਿੱਦਾਂ ਤੁਸੀਂ ਹੁਕਮ ਕਰੋਗੇ, ਜਿਵੇਂ ਤੁਸੀਂ ਹੁਕਮ ਕਰੋਗੇ ਅਸੀਂ ਉਵੇਂ ਹੀ ਕਰਾਂਗੇ। ਤੇ ਗੁਰੂ ਰਾਮਦਾਸ ਜੀ ਨੇ ਆਪਣੇ ਪੁੱਤਰ ਨੂੰ ਤੋਰਿਆ ਲਾਹੌਰ 'ਚ ਵਿਆਹ ਅਟੈਂਡ ਕਰਨ ਵਾਸਤੇ, ਸ਼ਾਦੀ ਅਟੈਂਡ ਕਰਨ ਵਾਸਤੇ, ਤੇ ਸ਼ਰਤ ਇਹ ਰੱਖੀ ਕਿ ਜਦ ਤੱਕ ਅਸੀਂ ਬੁਲਾਵਾਂਗੇ ਤਬ ਤੱਕ ਆਉਣਾ ਨਹੀਂ। ਗੁਰੂ ਅਰਜਨ ਦੇਵ ਜੀ ਤੇ ਕੁਝ ਸੰਗਤਾਂ, ਸਿੱਖ ਸੰਗਤਾਂ ਜਦੋਂ ਪਹੁੰਚੀਆਂ ਲਾਹੌਰ ਸ਼ਾਦੀ ਅਟੈਂਡ ਕਰਨ ਤੋਂ ਬਾਅਦ, ਕਾਫੀ ਦਿਨ ਬੀਤ ਗਏ, ਤੇ ਗੁਰੂ ਅਰਜਨ ਦੇਵ ਜੀ ਆਪਣੇ ਪਿਤਾ ਜੀ ਨੂੰ ਬਹੁਤ ਪਿਆਰ ਕਰਦੇ ਸਨ, ਕਿਉਂਕਿ ਗੁਰੂ ਪਿਤਾ ਮੰਨਦੇ ਸਨ। ਬਹੁਤ ਗੁਰੂ ਪਿਤਾ ਦਾ ਪਿਆਰ ਬਹੁਤ ਸੀ। ਤੇ ਕਾਫੀ ਦਿਨ ਜਦੋਂ ਬੀਤ ਗਏ ਤੇ ਉਹਨਾਂ ਨੇ ਇੱਕ ਪੱਤਰ ਲਿਖਿਆ। ਉਹ ਪੱਤਰ ਸ਼ਬਦ ਹਜ਼ਾਰੇ ਗੁਰਬਾਣੀ ਦੇ ਵਿੱਚ ਲਿਖਿਆ ਹੈ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੈ ਬਿਨ ਦਰਸ਼ਨ ਦਰਬਾਰੇ ਜੀਓ। ਭਾਵ ਅਰਥ ਇਹ ਕਿ ਗੁਰੂ ਜੀ, ਪਿਤਾ ਗੁਰੂ ਜੀ, ਗੁਰੂ ਰਾਮਦਾਸ ਜੀ, ਮੈਂ ਤੁਹਾਡੇ ਦਰਸ਼ਨਾਂ ਦਾ ਵਿਲੰਬ ਕਰ ਰਿਹਾ ਹਾਂ, ਮੈਂ ਤੁਹਾਡੇ ਦਰਸ਼ਨਾਂ ਦਾ ਚਾਹਵਾਨ ਹਾਂ, ਤੁਸੀਂ ਮੈਨੂੰ ਬੁਲਾ ਲਓ। ਇਹ 1 ਨੰਬਰ ਚਿੱਠੀ ਪਾ ਕੇ ਜਦੋਂ ਭੇਜੀ, ਤੇ ਜਿਹੜਾ ਚਿੱਠੀ ਲੈ ਕੇ ਗਿਆ ਉਸਨੇ ਪ੍ਰਿਥੀ ਚੰਦ ਨੂੰ ਚਿੱਠੀ ਦੇ ਦਿੱਤੀ, ਜਦ ਕਿ ਉਹ ਚਿੱਠੀ ਗੁਰੂ ਰਾਮਦਾਸ ਜੀ ਨੂੰ ਦੇਣੀ ਸੀ। ਇਸੇ ਤਰ੍ਹਾਂ ਦੂਸਰੀ ਚਿੱਠੀ ਵੀ ਪਾਈ, ਉਹਦੇ ਵਿੱਚ ਵੀ ਗੁਰਬਾਣੀ ਦੇ ਸ਼ਬਦ ਔਰ ਆਪਣੀ ਮਿਲਣ ਦੀ ਜਿਹੜੀ ਤਾਂਘ ਸੀ ਉਹ ਦੱਸੀ, ਪਰ ਉਹ ਵੀ ਚਿੱਠੀ ਪ੍ਰਿਥੀ ਚੰਦ ਨੂੰ ਮਿਲ ਗਈ। ਤੀਸਰੀ ਚਿੱਠੀ ਜਦੋਂ ਪਾਈ, ਤੇ ਖਾਸ ਤੌਰ 'ਤੇ ਚਿੱਠੀ ਜਿਹੜਾ ਲੈ ਕੇ ਜਾਣ ਵਾਲਾ ਸੀ ਉਸਨੂੰ ਇਹ ਹਦਾਇਤ ਕੀਤੀ ਗਈ ਕਿ ਇਹ ਚਿੱਠੀ ਜੋ ਹੈ ਪਿਤਾ ਗੁਰੂ ਰਾਮਦਾਸ ਜੀ ਨੂੰ ਦੇਣੀ ਹੈ। ਤੇ ਜਦੋਂ ਪਿਤਾ ਗੁਰੂ ਰਾਮਦਾਸ ਜੀ ਕੋਲ ਇਹ ਚਿੱਠੀ ਪਹੁੰਚੀ, ਉਹਨਾਂ ਨੇ ਨੰਬਰ 3 ਦੇਖਿਆ, ਤੇ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ 2 ਚਿੱਠੀਆਂ ਹੋਰ ਵੀ ਆਈਆਂ ਹਨ। ਉਸੇ ਵਕਤ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੁਲਾਇਆ, ਗੁਰੂ ਰਾਮਦਾਸ ਜੀ ਨੇ, ਤੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਤੋਂ ਲਿਆਉਣ ਲਈ ਕਿਹਾ। ਜਦੋਂ ਉਹ ਵਾਪਸ ਆ ਕੇ, ਤੇ ਉਹਨਾਂ ਦਾ ਜਿਹੜਾ ਮੋਹ ਸੀ, ਪਿਆਰ ਸੀ, ਸਤਿਕਾਰ ਸੀ ਆਪਣੇ ਪਿਤਾ ਦਾ, ਬਹੁਤ ਜ਼ਿਆਦਾ ਸੀ। ਤੇ ਮਿਲਦਿਆਂ ਸਾਰੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਮੱਥਾ ਟੇਕਿਆ, ਤੇ ਅੱਖਾਂ 'ਚੋਂ ਅਥਰੂ ਨਿਕਲ ਗਏ। ਗੁਰੂ ਸਾਹਿਬਾਂ ਨੇ, ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਗਲਵੱਕੜੀ 'ਚ ਲਿਆ, ਤੇ ਨਾਲ ਹੀ ਪ੍ਰਿਥੀ ਚੰਦ ਨੂੰ ਬੁਲਾ ਕੇ ਉਹ ਬਾਕੀਆਂ ਚਿੱਠੀਆਂ ਵੀ ਬੁਲਵਾਈਆਂ, ਤੇ ਉਹਨਾਂ ਤੋਂ ਇਹ ਪਤਾ ਚੱਲਿਆ ਕਿ ਉਹ ਕਿੰਨੇ ਆਗਿਆਕਾਰੀ ਸਨ, ਤੇ ਗੁਰੂ ਪ੍ਰਤੀ ਕਿੰਨਾ ਮੋਹ ਸੀ, ਕਿੰਨਾ ਪਿਆਰ ਸੀ, ਕਿੰਨਾ ਸਤਿਕਾਰ ਸੀ। ਸੋ ਸਾਨੂੰ ਵੀ ਅੱਜ ਕੱਲ੍ਹ ਗੁਰੂ ਜੀ ਦੇ ਜੀਵਨ ਤੋਂ ਇਹ ਸਿੱਖਣ ਨੂੰ ਮਿਲਦਾ ਹੈ ਕਿ ਸਾਡੇ ਮਨਾਂ 'ਚ ਵੀ ਇੰਨਾ ਹੀ ਪਿਆਰ, ਸਤਿਕਾਰ
ਤੇ ਅਦਬ ਜ਼ਰੂਰ ਹੋਣਾ ਚਾਹੀਦਾ ਹੈ। ਵਾਕਿਆ ਹੀ ਗੁਰੂ ਸਾਹਿਬਾਂ ਦੇ ਜੀਵਨ ਤੋਂ ਜੋ ਸਾਨੂੰ ਪ੍ਰੇਰਨਾਵਾਂ ਮਿਲਦੀਆਂ ਹੈ ਉਹ ਲੈਣ ਦੀ ਬਹੁਤ ਵੱਡੀ ਜ਼ਰੂਰਤ ਹੈ। ਇਸ ਦੇ ਵਿੱਚੋਂ ਖਾਸ ਚੀਜ਼ ਜੋ ਸਾਡੇ ਸਾਹਮਣੇ ਆਉਂਦੀ ਹੈ ਨਾ, ਉਹ ਅੱਜ ਇਹ ਸਮਝਣ ਦੀ ਲੋੜ ਹੈ ਕਿ ਜੇਕਰ ਅਸੀਂ ਗੁਰੂ ਸਾਹਿਬ ਤੋਂ ਪ੍ਰੇਰਨਾ ਲਈਏ ਤਾਂ ਸਾਨੂੰ ਬੜੀ ਚੰਗੀ ਇੱਕ ਚੀਜ਼ ਮਿਲਦੀ ਹੈ। ਪਹਿਲੀ ਗੱਲ ਤੇ ਪਰਮਾਰਥ ਦੇ ਰਸਤੇ 'ਚ ਵੀ ਤੇ ਜ਼ਿੰਦਗੀ ਵਿੱਚ ਸਫਲਤਾ ਦੇ ਰਸਤੇ 'ਚ ਵੀ ਚਲਾਕੀਆਂ ਤੇ ਬੇਈਮਾਨੀਆਂ ਕਿਸੇ ਨੂੰ ਕਿਤੇ ਨਹੀਂ ਪਹੁੰਚਾਉਂਦੀਆਂ। ਪ੍ਰਿਥੀ ਚੰਦ ਇਸੇ ਕਰਕੇ ਕਿਤੇ ਨਾ ਪਹੁੰਚ ਪਾਇਆ। ਦੂਸਰਾ, ਮਹਾਦੇਵ ਜੀ ਦੀ ਗੱਲ ਕਰੀਏ ਤਾਂ ਉਹ ਸਾਰੀਆਂ ਚੀਜ਼ਾਂ ਤੋਂ ਨਿਰਲੇਪ ਤਾਂ ਹੋ ਗਏ, ਉਸ ਨੂੰ ਅਸੀਂ ਇੱਕ ਅਖੌਤੀ ਧਾਰਮਿਕਤਾ, ਅਖੌਤੀ ਅਧਿਆਤਮਿਕਤਾ ਤੇ ਕਹਿ ਸਕਦੇ ਹਾਂ, ਪਰ ਐਕਟਿਵ ਜ਼ਿੰਦਗੀ ਦੇ ਵਿੱਚ ਰਹਿਣਾ ਇਹ ਸਾਨੂੰ ਸਾਡੇ ਗੁਰੂ ਸਾਹਿਬਾਨ ਤੋਂ ਮਿਲਦਾ ਹੈ, ਕਿਉਂਕਿ ਇੱਥੇ ਜ਼ਿੰਦਗੀ ਦੇ ਸਾਰੀ ਜ਼ਿੰਮੇਵਾਰੀਆਂ, ਸਾਰੇ ਫਰਜ਼ ਪੂਰੇ ਕਰਨੇ ਆ। ਉਹ ਸਾਰੇ ਫਰਜ਼ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਪੂਰੇ ਕਰਦੇ ਰਹੇ। ਔਰ ਅਸੀਂ ਇੱਥੇ ਮੈਂ ਦਰਸ਼ਕੋ ਇੱਕ ਹੋਰ ਵੀ ਗੱਲ ਆਪ ਜੀ ਨੂੰ ਦੱਸ ਦੇਵਾਂ, ਮੈਂ ਕੰਪੇਅਰ ਨਹੀਂ ਕਰ ਰਿਹਾ, ਮੈਂ ਹੋਰ ਕੁਝ ਨਹੀਂ ਕਰ ਰਿਹਾ, ਮੈਂ ਸਿਰਫ ਗੱਲ ਕਰ ਰਿਹਾ ਤਰੱਕੀ ਤੇ ਵਿਕਾਸ ਦੇ ਮੱਦੇ ਨਜ਼ਰ, ਤਰੱਕੀ ਤੇ ਵਿਕਾਸ ਨੂੰ ਮੁੱਖ ਰੱਖ ਕੇ, ਕਿਉਂਕਿ ਜੋ ਕੁਝ ਕਰਦੇ ਰਹਿੰਦੇ ਆ ਉਹੀ ਅੱਗੇ ਸਦਾ ਸदैव ਜਿਹੜੇ ਆ ਉਹ ਅਮਰ ਹੋ ਜਾਂਦੇ ਆ। ਜਿਹੜੇ ਬੈਠ ਜਾਂਦੇ ਨੇ ਉਹਨਾਂ ਦਾ ਨਾਮੋ ਨਿਸ਼ਾਨ ਇਸ ਦੁਨੀਆ ਤੋਂ ਖਤਮ ਹੋ ਜਾਂਦਾ ਹੈ। ਅਤੇ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਕੁਝ ਨਾ ਕੁਝ ਕਰਨ ਦੀ, ਸਿਰਜਣਾਤਮਕ ਹੋਣ ਦੀ ਪ੍ਰੇਰਨਾ ਜਿਹੜੀ ਉਹ ਦਿੱਤੀ ਹੈ। ਕਰਦੇ ਰਹਿਣਾ, ਕੁਝ ਨਾ ਕੁਝ ਜ਼ਿੰਦਗੀ 'ਚ ਨਵਾਂ ਹੁੰਦਾ ਹੀ ਰਹਿਣਾ, ਕਿਉਂਕਿ ਕੁਦਰਤ ਕਦੇ ਵੀ ਇੱਕ ਜਗ੍ਹਾ 'ਤੇ ਨਹੀਂ ਰੁਕਦੀ। ਔਰ ਸਾਡੇ ਗੁਰੂ ਸਾਹਿਬਾਂ ਨੇ ਬਹੁਤ ਕੁਛ ਐਸਾ ਕੀਤਾ ਜੋ ਮਹਾਨ ਤੋਂ ਵੀ ਕਿਤੇ ਵੱਧ ਮਹਾਨ ਸੀ। ਉਹਦੀ ਅਸੀਂ ਗੱਲ ਕਰਦੇ ਹਾਂ, ਪੁੱਛਦੇ ਹਾਂ ਵੀਰ ਹਰਪ੍ਰੀਤ ਸਿੰਘ ਤੋਂ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਤਨੇ ਮਹਾਨ ਕਾਰਜ ਕੀਤੇ ਜਿਹੜੇ ਦੁਨੀਆ ਦਾ ਹੋਰ ਕੋਈ ਇਨਸਾਨ ਨਹੀਂ ਕਰ ਸਕਦਾ। ਉਹ ਮਹਾਨ ਕਾਰਜ ਉਹਨਾਂ ਦੇ ਸਿਰਜਣਾਤਮਕ ਕਾਰਜ ਨੇ, ਜਿਹੜੇ ਜਿਸ ਦੇ ਵਿੱਚ ਚਾਹੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ, ਚਾਹੇ ਉਹ ਸ਼ਹਿਰ ਵਸਾਏ, ਤਲਾਬ ਬਣਾਏ, ਉਹ ਸਾਰੀਆਂ ਚੀਜ਼ਾਂ ਵੀ ਦਰਸ਼ਕਾਂ ਨਾਲ ਸਾਂਝੀਆਂ ਕਰੋ ਜੀ। ਵੀਰ ਗੁਰਵੇਲ ਸਿੰਘ ਜੀ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜਿੰਨੇ ਵੀ ਕਾਰਜ ਕੀਤੇ ਗਏ ਉਹ ਬਹੁਤ ਮਹਾਨ ਹਨ ਜੀ, ਪਰ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਕੀਤੇ ਗਏ ਕਾਰਜ ਆਪਣੀ ਜ਼ਿੰਦਗੀ ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਸਲਾਹੁਣਯੋਗ ਹਨ। ਉਹਨਾਂ ਦਾ ਕੋਈ ਸਾਨੀ ਹੈ ਹੀ ਨਹੀਂ, ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਇੱਕ ਮਹਾਨ ਕਾਰਜ ਕੀਤਾ, ਉਹ ਵਿਸ਼ਵ ਲਈ, ਉਹ ਸੰਸਾਰ ਲਈ ਸੀ ਕਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਜੀ, ਜਿਹਨੂੰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਿਹਾ ਜਾਂਦਾ ਹੈ। ਉਸ ਵਕਤ ਗੁਰੂ ਸਾਹਿਬਾਂ ਨੇ ਦੂਰ ਦੁਰਾਡੇ 'ਤੇ ਵਸਦੇ ਜਿੰਨੇ ਵੀ ਸੰਤ ਮਹਾਂਪੁਰਸ਼ ਭਗਤ ਉਸ ਵਕਤ ਦੇ ਸਨ, ਉਹਨਾਂ ਨੂੰ ਚਿੱਠੀਆਂ ਭੇਜ ਕੇ ਬੁਲਵਾਇਆ ਅਤੇ ਇਹ ਕਿਹਾ ਕਿ ਆਪਣੀ ਆਪਣੀ ਗੁਰਬਾਣੀ ਲੈ ਕੇ ਤੁਸੀਂ ਸਾਡੇ ਕੋਲ ਪਹੁੰਚੋ। ਅਤੇ ਲਗਭਗ 15 ਦੇ ਕਰੀਬ ਭਗਤ ਗੁਰੂ ਸਾਹਿਬਾਂ ਜੀ ਦੇ ਕੋਲ ਪਹੁੰਚੇ ਔਰ ਗੁਰੂ ਸਾਹਿਬਾਂ ਨੇ ਇੱਕ ਇੱਕ ਭਗਤ ਦੀ ਬਾਣੀ ਨੂੰ ਵਾਚ ਕੇ ਉਸ ਨੂੰ ਦਰਜ ਕੀਤਾ। ਅਤੇ ਗੁਰੂ ਨਾਨਕ ਸਾਹਿਬ ਤੋਂ, ਗੁਰੂ ਅੰਗਦ ਦੇਵ ਜੀ ਤੋਂ, ਗੁਰੂ ਅਮਰਦਾਸ ਜੀ ਤੋਂ, ਗੁਰੂ ਰਾਮਦਾਸ ਜੀ ਤੋਂ ਵੀ ਜਿਹੜੀ ਗੁਰਬਾਣੀ ਪੋਥੀਆਂ ਦੇ ਰੂਪ ਵਿੱਚ ਸੀ, ਉਹ ਬਾਬਾ ਮੋਹਨ ਜੀ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦੇ ਬੇਟੇ ਤੋਂ ਲੈ ਕੇ ਆਏ। ਉਹ ਸਾਰੀ ਗੁਰਬਾਣੀ, 5 ਗੁਰੂਆਂ ਦੀ ਬਾਣੀ, 15 ਭਗਤਾਂ ਦੀ ਬਾਣੀ, ਉਸ ਵੇਲੇ ਦੇ ਮਹਾਨ ਜੋ ਪੰਡਤ ਸਨ, ਜਿਨ੍ਹਾਂ ਨੂੰ ਭੱਟ ਕਿਹਾ ਜਾਂਦਾ ਹੈ, ਉਹਨਾਂ ਦੀਆਂ ਉਸਤਤੀਆਂ, ਉਹਨਾਂ ਦੀ ਪ੍ਰਸ਼ੰਸਾ, ਉਹਨਾਂ ਦੀ ਬਾਣੀ ਵੀ ਗੁਰੂ ਸਾਹਿਬਾਂ ਨੇ ਇਕੱਠੀ ਕੀਤੀ। ਅਤੇ ਉਸ ਵਕਤ ਦੇ 4 ਗੁਰਸਿੱਖ ਜਿਹੜੇ ਸਨ, ਸੁੰਦਰ ਜੀ, ਮਰਦਾਨਾ ਜੀ ਔਰ ਸੱਤਾ ਬਲਵੰਡਾ, ਇਹਨਾਂ 4 ਗੁਰਸਿੱਖਾਂ ਦੀ ਬਾਣੀ ਨੂੰ ਦਰਜ ਕਰਕੇ ਅਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ। ਔਰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਰਚਨਾ ਸੀ, ਉਹ ਅੰਮ੍ਰਿਤਸਰ ਦੇ ਪਿਓ ਜਿਨ ਅਰਜਨ ਦੇਵ ਗੁਰੂ ਤੇ ਫਿਰ ਸੰਕਟ ਜੋਨ ਗਰਭ ਨਾ ਆਇਓ। ਗੁਰੂ ਅਰਜਨ ਸਾਹਿਬ ਮਹਾਰਾਜ ਇੱਕ ਐਸੇ ਸਤਿਗੁਰੂ ਹਨ ਜਿਨ੍ਹਾਂ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਸਿਰਫ ਇੱਕ ਹੀ ਗੱਲ ਕਹੀ ਜਾ ਸਕਦੀ ਹੈ, ਤੇਰਾ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਗੁਰੂ ਅਰਜਨ ਸਾਹਿਬ ਐਸੇ ਮਹਾਨ ਸਤਿਗੁਰੂ ਹਨ ਔਰ ਸਾਰੇ ਹੀ ਸਤਿਗੁਰਾਂ ਦੇ ਜੀਵਨ 'ਤੇ ਇਹ ਸਾਡੀ ਜੋ ਵਿਚਾਰਾਂ ਦੀ ਲੜੀ ਹੈ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗੀ। ਔਰ ਗੁਰੂ ਸਾਹਿਬਾਂ ਦੇ ਜੀਵਨ ਦੇ ਬਾਕੀ ਪੱਖਾਂ ਨੂੰ ਵੀ ਅਸੀਂ ਵਿਸਤਾਰ ਸਹਿਤ ਆਪ ਜੀ ਦੇ ਰੂਬਰੂ ਲੈ ਕੇ ਆਵਾਂਗੇ। ਔਰ ਇਸ ਦੇ ਨਾਲ ਹੀ ਇੱਕ ਗੁਜ਼ਾਰਿਸ਼ ਮੈਂ ਜ਼ਰੂਰ ਕਰ ਦੇਵਾਂਗਾ ਕਿ ਜੇਕਰ ਤੁਸੀਂ ਇਸ ਪ੍ਰੋਗਰਾਮ ਨੂੰ YouTube 'ਤੇ ਦੇਖ ਰਹੇ ਹੋ
ਤਾਂ ਸਾਡੇ ਇਸ ਚੈਨਲ ਨੂੰ ਜੇਕਰ ਅਜੇ ਤਾਈਂ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਦੇਵੋ। ਨਾਲ ਜੋ ਬੈਲ ਆਈਕਨ ਹੈ ਇਸ ਨੂੰ ਵੀ ਦਬਾ ਦੇਵੋ ਤਾਂ ਕਿ ਸਾਡੀਆਂ ਸਾਰੀਆਂ ਵੀਡੀਓਜ਼ ਤੁਹਾਡੇ ਤੱਕ ਸਮੇਂ ਸਿਰ ਪਹੁੰਚਣ। ਜੇਕਰ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਫੇਸਬੁੱਕ ਤੇ ਵੀ ਸਾਡੇ ਇਸ ਪੇਜ ਨੂੰ ਤੁਸੀਂ ਲਾਈਕ ਕਰ ਲਵੋ ਔਰ ਨਾਲ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰੋ। ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਲੱਗ ਰਹੀ ਹੈ ਤੁਸੀਂ ਆਪਣੇ ਕਮੈਂਟਸ ਵੀ ਜ਼ਰੂਰ ਦਿਓ। ਤੇ ਵੀਰ ਹਰਪ੍ਰੀਤ ਸਿੰਘ ਜੀ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਏ, ਆ ਕੇ ਦਰਸ਼ਕਾਂ ਦੇ ਨਾਲ ਸਾਂਝਾਂ ਪਾਈਆਂ ਔਰ ਆਸ ਕਰਾਂਗੇ ਅੱਗੇ ਤੋਂ ਵੀ ਜਦੋਂ ਬੁਲਾਈਏ ਇਸੇ ਤਰ੍ਹਾਂ ਤੁਸੀਂ ਇਹ ਸਾਂਝਾਂ ਨੇ ਜਿਹੜੀਆਂ ਦਰਸ਼ਕਾਂ ਨਾਲ ਪਾਉਂਦੇ ਰਹੋਗੇ ਨਿਰੰਤਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।